ਵਾਹਿਗੁਰੂ 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 ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪਾਂ ਹਰ ਰੋਜ਼ ਇਸ ਵੇਲੇ ਨਿਰਮਲ ਪੰਥ ਦੀ ਗੌਰਵ ਗਾਥਾ ਦਾ ਮਹਾਨ ਇਤਿਹਾਸ ਸਰਵਣ ਕਰਦੇ ਹਾਂ। ਸਰਬੱਤ ਸੰਗਤ ਕੁਟੀਆ ਤੇ ਅਥਵਾ ਲਾਈਵ ਜੁੜ ਕੇ ਹਰ ਰੋਜ਼ ਆਨੰਦ ਮਾਣਦੇ ਹੋ। ਆਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਫਤਿਹ ਦੀ ਸਾਰੀ ਸੰਗਤ ਸਾਂਝ ਪਾਓ ਜੀ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਸੰਪਰਦਾ ਦੇ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ ਕਨਖਲ ਦੇ ਜਿਤਨੇ ਵੀ ਸਾਧ ਸੰਗਤ ਅੱਜ ਤੋਂ ਕਾਫੀ ਲੰਮਾ ਸਮਾਂ ਪਹਿਲੇ ਤੋਂ ਮਹਾਂਪੁਰਸ਼ ਗੁਰਮਤਿ ਗੁਰਬਾਣੀ ਵੇਦਾਂ ਸ਼ਾਸਤਰਾਂ ਦਾ ਪ੍ਰਚਾਰ ਕਰਦੇ ਆ ਰਹੇ ਹਨ। ਆਪ ਜੀ ਕੱਲ੍ਹ ਸਰਵਣ ਕਰ ਰਹੇ ਸੀ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਸ਼ਾਸਤਰੀ, ਜਿਨ੍ਹਾਂ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ। ਉਹਨਾਂ ਨੇ 1986 ਦੇ ਵਿੱਚ ਆਪਣਾ ਸਰੀਰ ਤਿਆਗਿਆ। ਸਤਿਕਾਰਯੋਗ ਸਾਧ ਸੰਗਤ ਲਗਾਤਾਰ 7.5 ਸਾਲ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਪ੍ਰਸਾਰਣ ਕੀਤਾ। ਬੇਅੰਤ ਗ੍ਰੰਥ ਆਪਣੇ ਸਮੇਂ ਦੇ ਵਿੱਚ ਪਬਲਿਸ਼ ਕਰਵਾਏ, ਸੰਗਤ ਦੇ ਹੱਥਾਂ ਵਿੱਚ ਦਿੱਤੇ, ਜੋ ਕਿ ਮਹਾਂਪੁਰਖਾਂ ਦਾ ਜੀਵਨ ਹੈ। ਔਰ ਅਨੇਕਾਂ ਸੇਵਾਵਾਂ ਦੇ ਪ੍ਰਬੰਧ ਜਿਹੜੇ ਨੇ ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਕਾਲ ਵਿੱਚ ਕੀਤੇ। ਇਸ ਵੇਲੇ ਜੋ ਪ੍ਰੈਜੈਂਟ ਸਮੇਂ ਵਿੱਚ ਅਤੀ ਸਤਿਕਾਰਯੋਗ ਵੇਦਾਂਤਾਚਾਰੀਆ ਸ਼੍ਰੀਮਾਨ 108 ਪੰਡਤ ਗਿਆਨਦੇਵ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਾਫੀ ਲੰਮਾ ਸਮਾਂ ਹਿੰਦੁਸਤਾਨ ਵਿੱਚ ਵਿਰਕਤ ਮੰਡਲੀਆਂ ਨਾਲ ਵਿਚਰ ਕੇ
ਦਾਸ ਤਾਂ ਉਹਨਾਂ ਨੂੰ ਲੰਮਾ ਸਮਾਂ ਦੇਖਦਾ ਰਿਹਾ। ਬੇਅੰਤ ਸੇਵਾਵਾਂ ਕੀਤੀਆਂ ਮਹਾਂਪੁਰਖਾਂ ਦੀਆਂ। ਬੜਾ ਨਿੱਘਾ ਸੁਭਾਅ ਔਰ ਖਾਸ ਕਰਕੇ ਸੰਤ ਸੇਵੀ ਉਹਨਾਂ ਦਾ ਜੀਵਨ ਹੈ, ਜੋ ਇਸ ਵੇਲੇ ਪ੍ਰੈਜ਼ੈਂਟ ਕਾਲ ਵਿੱਚ ਸ਼੍ਰੀ ਮਹੰਤ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬੜੀ ਨਿਰਲੇਪ ਤੇ ਸੰਤ ਸੇਵਾ ਵਿੱਚ ਕੱਟੀ ਹੈ, ਜਿਨ੍ਹਾਂ ਨੇ ਬਨਾਰਸ ਕਾਂਸ਼ੀ ਤੋਂ ਵੇਦਾਂਤ ਦੀ ਆਚਾਰੀਆ ਕੀਤੀ ਔਰ ਅਨੇਕਾਂ ਪ੍ਰਕਾਰ ਦੇ ਗ੍ਰੰਥ ਜਿਹੜੇ ਸਾਧ ਸੰਗਤ ਮੰਡਲੀਆਂ ਦੇ ਵਿੱਚ ਵਿਚਰ ਕੇ ਪੜ੍ਹਦੇ ਰਹੇ। ਉਹਨਾਂ ਦਾ ਪਾਵਨ ਜੀਵਨ ਆਪ ਜੀ ਸਰਵਣ ਕਰੋ। ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪੰਡਤ ਗਿਆਨਦੇਵ ਸਿੰਘ ਜੀ ਧੁਰੰਧਰ ਵਿਦਵਾਨ, ਮਹਾਨ ਪਵਿੱਤਰ ਆਤਮਾ, ਜਤਿੰਦਰੀਏ ਤਤਵੇਤਾ ਸਤਪੁਰਸ਼ ਹਨ। ਆਪ ਜੀ ਦਾ ਜੀਵਨ ਵਿਦਿਆ ਅਧਿਐਨ, ਵਿਦਿਆ ਦਾਨ, ਧਰਮ ਪ੍ਰਚਾਰ, ਸਦ ਉਪਦੇਸ਼ ਪਰ ਉਪਕਾਰ ਕਰਨ ਵਿੱਚ ਹੀ ਬਤੀਤ ਹੋ ਰਿਹਾ ਹੈ। ਆਪ ਜੀ ਦਾ ਜਨਮ ਪੂਜਯ ਮਾਤਾ ਗੰਗਾ ਦੇਵੀ ਜੀ, ਪਿਤਾ ਸ੍ਰੀ ਦਰਿਆਵ ਸਿੰਘ ਜੀ। ਪੁਰਾਤਨ ਨਾਮ ਕਿੱਡੇ ਸੁੰਦਰ ਹਨ ਸਾਧ ਸੰਗਤ। ਪਹਿਲੀ ਵਾਰ ਆਪਾਂ ਨਾਮ ਸੁਣਿਆ ਦਰਿਆਵ ਸਿੰਘ। ਪਿੰਡ ਬਹਿਲੋਲਪੁਰ ਨੇੜੇ ਕਿਲਾ ਪ੍ਰਿਸ਼ਤਗੜ੍ਹ, ਜ਼ਿਲ੍ਹਾ ਮੇਰਠ, ਉੱਤਰ ਪ੍ਰਦੇਸ਼ ਵਿੱਚ 1 ਮਾਰਚ 1940 ਈਸਵੀ ਨੂੰ ਹੋਇਆ। ਬਚਪਨ ਘਰ ਵਿੱਚ ਲੰਘਿਆ। 4 ਵਰਸ਼ ਦੀ ਆਯੂ ਵਿੱਚ ਸਕੂਲ ਵਿੱਚ ਪੜ੍ਹਨ ਬਿਠਾਏ। ਸਕੂਲ ਦੀ ਵਿੱਦਿਆ ਮੈਟ੍ਰਿਕ ਤੱਕ ਪਾਸ ਕੀਤੀ, ਪਰ ਆਪ ਬਚਪਨ ਸਮੇਂ ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਹੋਏ, ਸਕੂਲ ਵਿੱਚ ਪੜ੍ਹਦੇ ਹੋਏ ਸੰਸਾਰੀ ਵਰਤਾਓ ਤੋਂ ਉਪਰਾਮ ਰਹਿੰਦੇ ਸਨ। ਪਿੰਡ ਅਤੇ ਇਲਾਕੇ ਵਿੱਚ ਆਏ ਸਾਧੂ ਸੰਤ ਦਾ ਪਤਾ ਲੱਗਦਾ ਤਾਂ ਦਰਸ਼ਨ ਕਰਨ ਜਾਂਦੇ। ਸੇਵਾ ਤੇ ਉਪਦੇਸ਼ ਸਰਵਣ ਕਰਕੇ ਪ੍ਰਸੰਨ ਹੁੰਦੇ ਸਨ। ਇੱਕ ਵਾਰ ਬ੍ਰਹਮਨਿਸ਼ਠ ਮਹਾਮੰਡਲੇਸ਼ਵਰ ਸਵਾਮੀ ਲਾਲ ਸਿੰਘ ਜੀ ਨਿਰਮਲ ਸਵਾਮੀ ਜੀ ਮਹਾਰਾਜ ਦੇ ਚਰਨਾਂ ਵਿੱਚ ਉਪਸਥਿਤ ਹੋਏ। ਸਤਿਕਾਰਯੋਗ ਸਾਧ ਸੰਗਤ ਨਿਰਮਲ ਸਵਾਮੀ ਜੀ, ਜਿਨ੍ਹਾਂ ਦੇ ਨਾਂ ਤੇ ਨਿਰਮਲ ਵੇਦਾਂਤ ਨਿਕੇਤਨ ਮਾਲ ਰੋਡ ਅੰਮ੍ਰਿਤਸਰ ਵਿੱਚ ਹੈ, ਜਿੱਥੇ ਲਗਾਤਾਰ 60-70 ਸਾਲ ਤੋਂ ਵੇਦਾਂਤ ਦਾ ਸਾਧ ਸੰਗਤ ਅਖੰਡ ਪ੍ਰਚਾਰ ਦੀਵਾਲੀ ਦੇ ਮੌਕੇ ਤੇ ਬੇਅੰਤ ਮਹਾਤਮਾ ਵਿਦਵਾਨ ਹਿੰਦੁਸਤਾਨ ਦੇ ਵਿੱਚੋਂ ਇਕੱਤਰਤ ਹੁੰਦੇ, ਜਿਸ ਵਿੱਚ ਅਤੀ ਸਤਿਕਾਰਯੋਗ ਸਾਡੇ ਗੁਰਦੇਵ ਪਿਤਾ ਸ਼ਾਹਬਾਦ ਮਾਰਕੰਡੇ ਵਾਲੇ ਮਹਾਂਪੁਰਸ਼ ਵੀ ਪਰਾਇਆ ਕਰਕੇ ਹਾਜ਼ਰੀਆਂ ਭਰਦੇ। 8 ਦਿਨ ਦਾ ਇਹ ਪ੍ਰੋਗਰਾਮ, ਜਿਸ ਵਿੱਚ ਬੜੇ ਬੜੇ ਚੋਟੀ ਦੇ ਵਿਦਵਾਨ ਸਾਧ ਸੰਗਤ ਵੇਦਾਂਤ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ, ਜਿਸ ਵਿੱਚ ਯੋਗਪੁਰ ਸਵਾਮੀ ਪਰਮਾਨੰਦ ਜੀ ਮਹਾਰਾਜ ਲਗਾਤਾਰ 60-65 ਸਾਲ ਤੋਂ ਉੱਥੇ ਅਧਿਅਕਸ਼ਤਾ ਦੇ ਵਿੱਚ ਪ੍ਰਚਾਰ ਕਰਦੇ ਆ ਰਹੇ ਹਨ। ਸੋ ਉਹ ਸਵਾਮੀ ਲਾਲ ਸਿੰਘ ਜੀ ਮਹਾਰਾਜ, ਜਿਨ੍ਹਾਂ ਨੂੰ ਸਵਾਮੀ ਨਿਰਮਲ ਜੀ ਕਿਹਾ ਕਰਦੇ ਸਨ, ਨਿਰਮਲੇ ਮਹਾਤਮਾ, ਉਹਨਾਂ ਦੀ ਸੰਗਤ ਵਿੱਚ ਸਵਾਮੀ ਗਿਆਨਦੇਵ ਸਿੰਘ ਜੀ ਮਹਾਰਾਜ ਪੜ੍ਹਨ ਵਾਸਤੇ ਆਏ ਔਰ ਭਵਿਸ਼ ਦ੍ਰਿਸ਼ਟੇਤਾ ਪੂज्य ਸਵਾਮੀ ਜੀ ਨੇ ਅਧਿਕਾਰੀ ਜਾਣ ਕੇ ਮਰਿਆਦਾ ਪੂਰਵਕ ਗੁਰਮੰਤਰ ਦੇ ਕੇ ਸ਼ਿਸ਼ ਬਣਾਇਆ। ਕੋਈ ਸਮਾਂ ਸੇਵਾ ਵਿੱਚ ਰਹੇ, ਭਾਸ਼ਾ ਦੇ ਧਾਰਮਿਕ ਅਤੇ ਵੇਦਾਂਤ ਦੇ ਗ੍ਰੰਥ ਪੜ੍ਹਦੇ ਰਹੇ। ਇਸ ਸਮੇਂ ਆਪ ਜੀ ਨੇ ਹਿੰਦੀ ਪ੍ਰਭਾਕਰ ਦਾ ਇਮਤਿਹਾਨ ਵੀ ਪਾਸ ਕਰ ਲਿਆ। ਆਪ ਜੀ ਦੀ ਵਿਦਿਆ ਪ੍ਰਾਪਤੀ ਦੀ ਲਗਨ ਵੇਖ ਕੇ ਸੰਸਕ੍ਰਿਤ ਦੀ ਉੱਚ ਵਿਦਿਆ ਪ੍ਰਾਪਤੀ ਵਾਸਤੇ ਕਾਂਸ਼ੀ ਭੇਜ ਦਿੱਤੇ ਗਏ। ਪਰਾਇਆ ਕਰਕੇ ਬਹੁਤ ਜ਼ਿਆਦਾ ਮਹਾਤਮਾ ਮਹਾਂਪੁਰਖ ਬਨਾਰਸ ਕਾਂਸ਼ੀ ਵਿਖੇ
गुरु महाराज सच्चे पातशाह दियां जो बख्शिशां मिलियां हुईयां पढ़ते रहे, अज तक भी इवें ही चल रहा है। सो साध संगत, इत्थे आप जी ने निर्मल संस्कृत विद्याला संगत लाहौरी टोला विच विद्या अध्ययन आरंभ कर दिता। इस वेले इस विद्यालय के प्रमुख प्रबंधक अध्यक्ष पंडित गुरदीप सिंह जी वेदांत केसरी, जिन्हां दी दास ने काफ़ी लंबा समा संगत की थी, अमृतसर दिवाली के मौके ते पराया करके आया करते और बड़े अच्छे वेदांत के प्राकांड विद्वान सन। इथों आप जी शास्त्री पास करन उपरंत वेदांताचार्य विच उत्तीर्ण होए। 18 सितंबर 1993 ਨੂੰ 10:30 वजे श्री महंत पंडित बलबीर सिंह जी शास्त्री ब्रह्मलीन हो गए। श्री निर्मल पंचायती अखाड़ा कनखल के सैकटरी श्रीमान महंत नाजर सिंह जी ने निर्मल पेख के विचार विमर्श अनुसार 3 अक्तूबर 1993 ਨੂੰ श्री महंत की चोण का समा नियत किया ਅਤੇ 4 अक्तूबर ਨੂੰ 8:30 ਵਜੇ सचखंड वासी श्री मान जी महाराज की याद ਵਿੱਚ श्री गुरु ग्रंथ साहिब जी के अखंड पाठ के भोग का समा रखा गया। श्री मान की चोण समय आप जी का नाम पूरे निर्मल पेख ने सर्वसम्मति नाल प्रवान किया। 6 अक्तूबर ਨੂੰ 10 ਵਜੇ दस्तारबंदी का समा नियत किया गया। श्री निर्मल पेख ते खट दर्शन साधु समाज एकत्रित हो गया। अखाड़े दियां प्रमुख सारियां छत्तां समूह संत जनां नाल भरियां होईयां सन। कुठार अते गद्दी वाले कमरे दे कोल रेशमी चांदनी हेठ सुनहरी पालकी विच श्री गुरु ग्रंथ साहिब महाराज जी का प्रकाश, हजूरी विच श्री हरमंदर साहिब श्री दरबार साहिब अमृतसर के सीनियर ग्रंथी सिंह साहिब ज्ञानी जोगिंदर सिंह जी वेदांती चवर कर रहे सन। मंच का संचालन लेखक ज्ञानी बलवंत सिंह जी कोठा गुरु कर रहे सन। इस समय संत मंडली सहित पूज्य श्रीमान जी महाराज आए। श्री गुरु ग्रंथ साहिब जी महाराज अगे साष्टांग प्रणाम किया, नमस्कार करके उठे, पेख भगवान नूं प्रणाम किया। सत श्री अकाल दे जयकारियां रण सिंगियां दी गूंज विच सिंह साहिब ज्ञानी जोगिंदर सिंह जी वेदांती ने गुरवाक लिया। सोरठ महला पंजवां, जित पार ब्रह्म चित आया, सो कर दई बसाया। इस समय भारत के कोने कोने विचों पुजे निर्मल पेख के हजारां महंतां संतां विरक्तां विद्वानां मंडलेश्वरां ते उदासीन सन्यासी बैरागी सेवापंथी खट दर्शन साधु समाज ने पग्गां भेंट कीतियां। श्री हरमंदर साहिब अमृतसर वालों सिंह साहिब ज्ञानी जोगिंदर सिंह जी वेदांती पग अते दुशाला लैके पुजे। परंपरा अनुसार महाराजा अमरिंदर सिंह जी पटियाला पति वालों भी पग दुशाला ते 501 रुपये पूजा आई। कारज की संपन्नता की अरदास महामंडलेश्वर महंत रघुवीर सिंह जी वेदांत शास्त्री निर्मल संतपुरा कनखल वालियां ने की थी। समाप्ति समय हेठ लिखिया गुरवाक आया। सोरठ महला पंजवां, सोई कराए जो तुद भावै, मोहे सियाणप कछु न आवै। इस तो मगरों निर्मल पेख दे हरद्वार दे सारे अस्थानां विच श्रीमान जी महाराज नूं निमंत्रण दे के चरण पवाए गए ते उन्हां दा सत्कार किया गया। संप्रदाय भाग श्री गुरु नानक देव जी दे चलाए निर्मल पंथ की पूर्णता श्री गुरु गोबिंद सिंह जी महाराज ने 5 प्यारियां द्वारा संपन्न की, जिन्हां दे शुभ नाम
ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਹਨ। ਇਹਨਾਂ ਪੰਜਾਂ ਵਿੱਚੋਂ ਭਾਈ ਦਇਆ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਤੋਂ ਨਿਰਮਲੇ ਮਹਾਂਪੁਰਖਾਂ ਨੇ, ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੋਂ ਨਿਰਮਲੇ ਮਹਾਂਪੁਰਖਾਂ ਨੇ ਅੰਮ੍ਰਿਤ ਪਾਨ ਕਰਕੇ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ। ਇਸੀ ਵਾਸਤੇ ਨਿਰਮਲ ਭੇਖ ਦੀਆਂ ਸਮੂਹ ਸੰਪਰਦਾਵਾਂ ਇਹਨਾਂ ਦੋਨਾਂ ਪਿਆਰਿਆਂ ਤੋਂ ਚੱਲਦੀਆਂ ਹਨ। ਅਸੀਂ ਕਰਮਵਾਰ ਨਿਰਮਲ ਪੰਥ ਦੇ ਉਪਦੇਸ਼ ਦਾਤਾ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਦੇ ਜੀਵਨ ਉਪਕਾਰ ਸੰਖੇਪ ਵਿੱਚ ਅੰਕਿਤ ਕਰਦੇ ਹਾਂ। ਇਹ ਦੋਨੋਂ ਮਹਾਂਪੁਰਸ਼ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਜਤਿੰਦਰੀय ਰਹਿ ਕੇ ਸਦਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅੰਗ ਸੰਗ ਰਹੇ। ਭਾਈ ਦਇਆ ਸਿੰਘ ਜੀ ਜਨਮ ਪਿਤਾ ਭਾਈ ਪਾਰੋ ਸੋਫਤੀ ਖੱਤਰੀ ਮਾਇਆ ਦਿਆਲੀ ਦੇ ਘਰ 11 ਭਾਦਰੋਂ ਦਿਨ ਵੀਰਵਾਰ ਸੰਮਤ 1718 ਨੂੰ ਲਾਹੌਰ ਵਿੱਚ ਹੋਇਆ। ਆਪ ਜੀ ਦੇ ਪਿਤਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ। ਸੰਮਤ 1734 ਵਿੱਚ ਸ੍ਰੀ ਆਨੰਦਪੁਰ ਦਸਮ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ। ਵਿਸਾਖ ਸੰਕਰਾਂਤ 1699 ਈਸਵੀ ਨੂੰ ਸਤਿਗੁਰੂ ਜੀ ਨੂੰ ਸੀਸ ਭੇਟ ਕੀਤਾ, ਅੰਮ੍ਰਿਤ ਛਕਿਆ ਅਤੇ ਸਦਾ ਵਾਸਤੇ ਸਤਿਗੁਰੂ ਜੀ ਦੇ ਅੰਗ ਸੰਗ ਰਹਿਣ ਲੱਗੇ। ਸੰਮਤ 1762 ਵਿੱਚ ਪਿੰਡ ਦੀਨੇ ਤੋਂ ਜ਼ਫਰਨਾਮਾ ਲੈ ਕੇ ਦੱਖਣ ਵਿੱਚ ਔਰੰਗਜ਼ੇਬ ਕੋਲ ਗਏ। ਆਪ ਫਾਰਸੀ ਦੇ ਮਹਾਨ ਵਿਦਵਾਨ ਸਨ। ਇਸ ਵਾਸਤੇ ਗੁਰੂ ਜੀ ਨੇ ਆਪ ਜੀ ਨੂੰ ਬਾਦਸ਼ਾਹ ਕੋਲ ਭੇਜਿਆ ਸੀ। ਦੱਖਣ ਤੋਂ ਵਾਪਸ ਦਿੱਲੀ ਨੇੜੇ ਗੁਰੂ ਜੀ ਨੂੰ ਆਣ ਮਿਲੇ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸੱਚਖੰਡ ਹਜ਼ੂਰ ਸਾਹਿਬ ਵਿੱਚ ਸੇਵਾ ਕਰਦੇ ਹੋਏ 11 ਅੱਸੂ ਦਿਨ ਸੋਮਵਾਰ ਸੰਮਤ 1754 ਨੂੰ ਗੁਰਪੁਰੀ ਸਿਧਾਰ ਗਏ। ਅੰਮ੍ਰਿਤ ਛਕਣ ਤੋਂ ਬਾਅਦ ਆਪ ਸਦਾ ਸਤਿਗੁਰੂ ਜੀ ਕੋਲ ਰਹੇ। ਘਰ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਰੱਖਿਆ। ਆਪ ਜੀ ਦੇ ਉਪਮਾ ਵਿੱਚ ਪੰਡਤ ਨਿਹਾਲ ਸਿੰਘ ਜੀ ਨੇ ਹੇਠ ਲਿਖਿਆ ਕਵਿਤ ਅੰਕਿਤ ਕੀਤਾ ਹੈ। ਦੀਨੋ ਸੀਸ ਭੇਟ ਆਛੇ ਅਦਕ ਆਨੰਦ ਹੋਵੈ ਕੇ, ਪੁਸ਼ਪ ਸੋ ਜਿਉ ਸੁਗੰਧ ਮਨ ਧਨ ਤਯੋ ਦਏ, ਬਿਮਲ ਵਿਚਾਰੀ ਸਦਾ ਪਰ ਉਪਕਾਰੀ ਭਾਰੀ, ਸੰਪਰਦਾ ਕੇ ਹੇਤ ਕੀਨੋ ਕੌਤਕ ਮਹਾਨ ਏ। मैं तो दास तिन को निहाल सिंह दास कहे, जाके जस चारो और छब सो छिते छे। श्री गुरु गोबिंद सिंह स्वामी के परम सिख पंचन में मुख ऐसे दया सिंह जी पे। आप जी तो निर्मल पंथ दियां हेठ लिखियां संप्रदावां प्रचलित हुई। नौरंगाबाद, महिमा शाह, अयोध्या, ड्रौली, राम तीरथ, मुकतसर, गिरवड़ी, दोतर, मंगवाल, शेखवा, दुबेरन, गुरुसर, कादियाँ, जलाल। भाई धर्म सिंह जी जन्म पिता भाई संतराम जी, माता जस्सी ਦੇ ਘਰ ਪਿੰਡ ਜਟਵਾੜਾ ਜ਼ਿਲ੍ਹਾ ਸਹਾਰਨਪੁਰ ਵਿਖੇ 7 ਕੱਤਕ 1667 ਈਸਵੀ ਨੂੰ ਜੱਟ ਪਰਿਵਾਰ ਵਿੱਚ ਹੋਇਆ। 1678 ਈਸਵੀ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ। 1699 ਈਸਵੀ ਵਿੱਚ ਆਪ ਜੀ ਨੇ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜੇ।
ਜੀਵਨ ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਰਹੇ। ਦੀਨਾ ਕਾਂਗੜ ਤੋਂ ਗੁਰੂ ਜੀ ਵੱਲੋਂ ਲਿਖਿਆ ਜ਼ਫ਼ਰਨਾਮਾ ਲੈ ਕੇ ਭਾਈ ਦਇਆ ਸਿੰਘ ਜੀ ਦੇ ਨਾਲ ਜਾ ਕੇ ਔਰੰਗਜ਼ੇਬ ਨੂੰ ਦਿੱਤਾ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1708 ਵਿੱਚ ਨਾਂਦੇੜ ਵਿਖੇ ਸੱਚਖੰਡ ਸਿਧਾਰ ਗਏ। ਆਪ ਜੀ ਬ੍ਰਜ ਭਾਸ਼ਾ ਅਤੇ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ। ਆਪ ਜੀ ਦੀ ਉਸਤਤੀ ਵਿੱਚ ਪੰਡਤ ਨਿਹਾਲ ਸਿੰਘ ਜੀ ਨੇ ਲਿਖਿਆ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਅੰਗਰਨ ਸਮੀਪ ਤਾਜੋ ਫਲੀ ਭੂਤ ਭਈ ਕਿਰਿਆ ਪ੍ਰਾਕ ਕੇ ਕਰਮ ਕੀ ਤਾਮੈ ਗੁਰੂ ਬੈਨ ਬੋਧ ਐਨ ਚਿਤ ਦੈਨ ਦੈਨ ਧਾਰ ਕਰ ਲੀਨੀ ਦੇ ਜਨਮ ਚਰਮ ਕੀ ਸੰਤ ਕਵੀ ਸੁਨ ਮਹਾਵਾਕ ਕੇ ਮਰਮ ਦੁਆਰਾ ਭੇਦੀ ਭੇਦ ਬੁੱਧ ਮਹਾ ਭੀੜ ਜੋ ਭਰਮ ਕੀ ਦੁਰਜਨ ਬਿਦਾਰ ਕੇ ਉਬਾਰੇ ਜਾਂ ਸੁਜਨ ਪੁੰਜ ਐਸੇ ਸ਼੍ਰੀ ਧਰਮ ਸਿੰਘ ਮੂਰਤੀ ਧਰਮ ਕੀ। ਆਪ ਜੀ ਤੋਂ ਨਿਰਮਲ ਪੰਥ ਵਿੱਚ ਹੇਠ ਲਿਖੀਆਂ ਸੰਪਰਦਾਵਾਂ ਪ੍ਰਚਲਿਤ ਹੋਈਆਂ। ਠਾਕੁਰ ਦਿਆਲ ਸਿੰਘ ਜੀ, ਕਬੀਰ ਨਗਾਲੀ ਸਾਹਿਬ, ਕਟਈ ਅੰਤਰਜਾਮੀ, ਗੁਰੂ ਮੰਗਟ ਗੰਦੀਆ, ਖਡੂਰ ਸਾਹਿਬ, ਠੀਕਰੀਵਾਲਾ, ਬਲੌਂਗੀ, ਬਰਨਾਲਾ, ਕਾਂਸ਼ੀ, ਗਿਰਵੜੀ, ਕੋਇਰ ਸਿੰਘ। ਨਿਰਮਲ ਭੇਖ ਦੀਆਂ ਕੁਝ ਅਜਿਹੀਆਂ ਸੰਪਰਦਾਵਾਂ ਜੋ ਦਸਮ ਸਤਿਗੁਰੂ ਜੀ ਦੇ ਹਜ਼ੂਰੀ ਸਿੱਖ ਤੋਂ ਹੋਂਦ ਵਿੱਚ ਆਈਆਂ ਹਨ, ਜਿਵੇਂ ਸੰਪਰਦਾਇ ਦਮਦਮਾ ਸਾਹਿਬ, ਪੰਡੋਰੀ ਨਿਜਰਾ। ਇਹ ਪੰਡੋਰੀ ਨਿਜਰਾਂ ਦੀ ਜੋ ਸੰਪਰਦਾ ਹੈ, ਸਾਡੇ ਪਿਤਾ ਪੁਰਖੀ ਮਹਾਂਪੁਰਸ਼ਾਂ ਦਾ ਪਿਛੋਕੜ ਪੰਡੋਰੀ ਨਿਜਰਾਂ ਤੋਂ ਚੱਲਦਾ ਹੈ। ਪੰਡੋਰੀ ਨਿਜਰਾਂ ਬਾਬਾ ਕੂਮਾ ਸਿੰਘ ਜੀ, ਬਹਾਲ ਸਿੰਘ ਜੀ, ਵਿਹਾਰ ਵਿੰਦਰਾਵਨ ਆਦਿ ਪ੍ਰਸਿੱਧ ਇਹ ਸੰਪਰਦਾਵਾਂ ਹੋਈਆਂ। ਸੋ ਸਤਿਕਾਰਯੋਗ ਸਾਧ ਸੰਗਤ, ਇਹ ਸੀ ਜਿਹੜੀਆਂ ਸੰਪਰਦਾਵਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਤੋਂ ਚੱਲੀਆਂ। ਸੋ ਸ਼੍ਰੀਮਾਨ 108 ਮਹੰਤ ਬਲਵੰਤ ਸਿੰਘ ਜੀ, ਸੈਕਟਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਹਰਿਦੁਆਰ ਵਾਲੇ ਵਿਦਵਾਨ ਵਿਚਾਰਸ਼ੀਲ। ਆਪ ਜੀ ਦੇ ਡੇਰੇ ਵਿੱਚ ਪੂਰਵ ਮਹਾਂਪੁਰਖਾਂ ਵਾਲੇ ਸਾਰੇ ਗੁਣ ਸਨ। ਸੋ ਨਾਲ ਹੀ ਪੂਰਵ ਮਹਾਂਪੁਰਖਾਂ ਦਾ ਸਿਮਰਨ ਤਪ ਤਿਆਗ ਆਪ ਜੀ ਦੇ ਕੰਮ ਆ ਰਿਹਾ ਸੀ। ਆਪ ਜੀ ਦੇ ਪੂਰਵ ਮਹਾਂਪੁਰਖਾਂ ਦਾ ਬੰਸ ਵਿਕਰਸ਼ ਇਸ ਤਰ੍ਹਾਂ ਹੈ: ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਧਰਮ ਸਿੰਘ ਜੀ ਪਿਆਰੇ, ਭਾਈ ਫੇਰੂ ਸਿੰਘ ਜੀ, ਭਾਈ ਪੰਜਾਬ ਸਿੰਘ ਜੀ, ਠਾਕੁਰ ਸੰਤ ਰੋਚਾ ਸਿੰਘ ਜੀ, ਠਾਕੁਰ ਬੱਲਾ ਸਿੰਘ ਜੀ, ਸੰਤ ਰਾਮ ਸਿੰਘ ਜੀ ਪਿੰਡ ਚੀਮੇ, ਸ਼੍ਰੀਮਾਨ 108 ਸੰਤ ਰਾਮ ਸਿੰਘ ਜੀ ਚੀਮਿਆਂ ਵਾਲਿਆਂ ਦੇ ਸ਼ਿਸ਼, ਸ਼੍ਰੀਮਾਨ 108 ਸੰਤ ਹਰਦੇਵ ਸਿੰਘ ਜੀ ਜਨਮ ਪਿੰਡ ਚੀਮੇ, ਜ਼ਿਲ੍ਹਾ ਸੰਗਰੂਰ ਵਾਲੇ, ਨਾਮ ਅਭਿਆਸੀ ਸਿਮਰਨ ਵਾਲੀ ਆਤਮਾ ਸਨ। ਪੰਜ ਗ੍ਰੰਥੀ ਪੋਥੀ ਆਪ ਜੀ ਦੇ ਕੰਠਸਥ ਸੀ, ਜਿਸ ਦਾ ਰੋਜ਼ਾਨਾ ਆਪ ਜੀ ਪਾਠ ਕਰਦੇ ਸਨ। ਅਖਾੜੇ ਵਿੱਚ ਕੋਠਾਰੀ ਅਤੇ ਮੁਖੀਏ ਮਹੰਤ ਰਹੇ। ਪਿੰਡ ਢਪਾਲੀ ਜ਼ਿਲ੍ਹਾ ਬਠਿੰਡਾ ਵਿੱਚ ਡੇਰਾ ਕਾਇਮ ਕੀਤਾ ਔਰ 1972 ਵਿੱਚ ਕਨਖਲ ਵਿਖੇ ਕੁਟੀਆਂ ਬਣਾਈਆਂ। ਮਹੰਤ ਸੰਤ ਸਿੰਘ ਜੀ ਆਪ ਜੀ ਦੇ ਸ਼ਿਸ਼ ਸਨ। ਸ਼੍ਰੀਮਾਨ ਸੰਤ ਸਿੰਘ ਜੀ ਦਾ ਜਨਮ ਪਿੰਡ ਚੀਮੇ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਸੰਤ ਹਰਦੇਵ ਸਿੰਘ ਜੀ ਦੇ ਸ਼ਿਸ਼ ਸਨ। ਆਪ ਜੀ ਨੇ 30-25 ਵਰਸ ਰਮਤ ਫੇਰ ਕੇ ਸਾਰੇ ਦੇਸ਼ ਵਿੱਚ ਗੁਰਮਤਿ ਪ੍ਰਚਾਰ ਕੀਤਾ। ਆਪ ਜੀ ਬੜੇ ਤਪ ਤੇਜ ਵਾਲੇ ਮਹਾਂਪੁਰਖ ਸਨ। ਮਹੰਤ ਸੰਤ ਸਿੰਘ ਜੀ ਦੇ ਸ਼ਿਸ਼ ਪ੍ਰੋਫੈਸਰ ਸ਼ੇਰ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਤ ਦਲੀਪ ਸਿੰਘ ਜੀ ਵਰਕਤ, ਸੰਤ ਲਾਭ ਸਿੰਘ ਜੀ ਸਨ। ਮਹੰਤ ਲਾਭ ਸਿੰਘ ਜੀ ਕੁਟੀਆ ਕਨਖਲ ਹਰਿਦੁਆਰ ਅਤੇ ਪਿੰਡ ਬਸੀਆਂ, ਜ਼ਿਲ੍ਹਾ ਲੁਧਿਆਣਾ ਦੇ ਡੇਰੇ ਦੇ ਮਹੰਤ ਨਿਯਤ ਹੋਏ। ਮਹੰਤ ਲਾਭ ਸਿੰਘ ਜੀ ਮਗਰੋਂ ਸ਼੍ਰੀਮਾਨ ਸੰਤ ਸਿੰਘ ਜੀ ਮਹੰਤ ਨੇ ਸੰਤ ਰਤਨ ਸਿੰਘ ਜੀ ਨੂੰ 1950-51 ਵਿੱਚ ਆਪ ਕੁਟੀਆ ਦੇ ਮਹੰਤ ਨਿਯਤ ਕਰਕੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ,
ਗੁਰਬਾਣੀ ਦੇ ਕਥਨ ਅਨੁਸਾਰ ਫਰਮਾਇਆ ਕਿ ਕਨਖਲ ਵਾਲੀ ਕੁਟੀਆ ਦਾ ਸਾਧੂ ਮਰਿਆਦਾ ਅਨੁਸਾਰ ਹਰ ਪੱਖ ਤੋਂ ਵਿਕਾਸ ਕਰੋ। ਆਏ ਸਾਧੂਆਂ ਵਿਦਿਆਰਥੀਆਂ ਦੀ ਸੇਵਾ ਕਰੋ। ਪਹਿਲੇ ਕੁਟੀਆ ਦਾ ਨਾਮ ਸੰਤ ਨਿਵਾਸ ਸੀ। ਇਸ ਨਾਮ ਨਾਲ ਮਿਲਦੇ ਕਨਖਲ ਹਰਿਦੁਆਰ ਵਿੱਚ ਹੋਰ ਵੀ ਬਹੁਤ ਸਾਰੇ ਆਸ਼ਰਮ ਸਨ। ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਸ਼੍ਰੀਮਾਨ ਮਹੰਤ ਸੰਤ ਸਿੰਘ ਜੀ ਨੇ ਇਹ ਵੀ ਫਰਮਾਇਆ, ਕੁਟੀਆ ਦਾ ਨਾਮ ਆਪਣੇ ਨਾਮ ਤੇ ਰੱਖ ਕੇ ਪ੍ਰਸਿੱਧੀ ਦਿਓ। ਸ਼੍ਰੀਮਾਨ ਮਹੰਤ ਰਤਨ ਸਿੰਘ ਜੀ ਨੇ ਪੂਜਯ ਗੁਰਦੇਵ ਜੀ ਦੀ ਆਗਿਆ ਅਨੁਸਾਰ ਕੁਟੀਆ ਦੇ ਮਹੰਤ ਬਣ ਕੇ ਕੁਟੀਆ ਦਾ ਨਾਮ ਆਪਣੇ ਨਾਮ ਪਰ ਰਤਨ ਬਾਗ ਰੱਖਿਆ। ਆਪ ਜੀ ਵਿੱਚ ਸੇਵਾ ਦੀ ਅਕਹਿ ਲਗਨ ਸੀ। ਆਪ ਜੀ ਕੋਲ ਜਿੱਥੇ ਮਹਾਂਪੁਰਖ ਮਹਾਤਮਾ ਸੰਤ ਮਹੰਤ ਅਤੇ ਯਾਤਰੀ ਆ ਕੇ ਰਹਿਣ ਲੱਗੇ, ਬਹੁਤ ਸਾਰੇ ਵਿਦਿਆਰਥੀ ਵੀ ਪੱਕੇ ਤੌਰ ਤੇ ਰਤਨ ਬਾਗ ਵਿੱਚ ਰਹਿ ਕੇ ਵਿਦਿਆ ਅਧਿਐਨ ਕਰਨ ਲੱਗੇ। ਇਹਨਾਂ ਕਿਤਨੇ ਹੀ ਵਿਦਿਆਰਥੀਆਂ ਵਿੱਚੋਂ ਸ਼੍ਰੀਮਾਨ ਗਿਆਨੀ ਦੀਦਾਰ ਸਿੰਘ ਜੀ ਇਲਾਹਾਬਾਦ ਵਾਲੇ, ਸ਼੍ਰੀਮਾਨ ਮਹੰਤ ਲਾਲ ਸਿੰਘ ਜੀ ਭਗਤੇ ਵਾਲੇ, ਸ਼੍ਰੀਮਾਨ ਮਹੰਤ ਸਾਧੂ ਸਿੰਘ ਜੀ ਚੱਕ ਵੇਂਡਲ ਵਾਲੇ ਆਦਿਕ ਪ੍ਰਸਿੱਧ ਹਨ। ਰਤਨ ਬਾਗ ਵਿੱਚ ਆਮਦਨ ਦਾ ਕੋਈ ਸਾਧਨ ਨਹੀਂ ਸੀ, ਪਰ ਮਹੰਤ ਰਤਨ ਸਿੰਘ ਜੀ ਫਿਰ ਵੀ ਆਏ ਗਏ ਮਹਾਂਪੁਰਖਾਂ, ਯਾਤਰੀਆਂ, ਵਿਦਿਆਰਥੀਆਂ ਦਾ ਪ੍ਰਸੰਨ ਮੁਖ ਅਤਿਥੀ ਦੇਵੋ ਭਾਵੋ ਕਹਿ ਕੇ ਸਵਾਗਤ ਕਰਦੇ। ਰੋਜ਼ਾਨਾ ਪੰਚਪੁਰੀ ਵਿੱਚੋਂ ਭਿਕਸ਼ਾ ਕਰਕੇ ਆਏ ਮਹਾਂਪੁਰਖਾਂ, ਸਾਧ ਸੰਗਤ, ਵਿਦਿਆਰਥੀਆਂ ਲਈ ਭੋਜਨ ਦਾ ਪ੍ਰਬੰਧ ਕਰਕੇ ਲੰਗਰ ਚਲਾਉਂਦੇ ਸਨ। ਹੱਥੀਂ ਹਲ ਵਾਹ ਕੇ ਵੀ ਲੰਗਰ ਲਈ ਸਾਧੂਆਂ ਵਿਦਿਆਰਥੀਆਂ ਨੂੰ ਅਨੁਭਵ ਨਹੀਂ ਹੋਣ ਦਿੰਦੇ ਸਨ। ਬਸ ਪ੍ਰਸੰਨ ਮੁਖ ਸੇਵਾ ਵਿੱਚ ਤਤਪਰ ਰਹਿੰਦੇ। ਮਹੰਤ ਰਤਨ ਸਿੰਘ ਜੀ ਇਸ ਤਰ੍ਹਾਂ ਸਾਲਾਂ ਬੱਧੀ ਅਣਥੱਕ ਨਿਸ਼ਕਾਮ ਸੇਵਾ ਕਰਦੇ ਰਹੇ, ਜਿਨ੍ਹਾਂ ਦੇ ਪਰਿਸ਼ਰਮ ਨਾਲ ਵਿਦਿਆਰਥੀ ਪੜ੍ਹ ਕੇ ਆਪਣਾ ਜੀਵਨ ਸਫਲ ਬਣਾ ਕੇ ਦੇਸ਼ ਅਤੇ ਸਾਧੂ ਸਮਾਜ ਦੀ ਸੇਵਾ ਕਰਦੇ ਰਹੇ ਅਤੇ ਮਹਾਨ ਵਿਦਵਾਨ ਬਣ ਕੇ ਪ੍ਰਸਿੱਧੀ ਵਾਲੇ ਬਣੇ। ਮਹੰਤ ਰਤਨ ਸਿੰਘ ਜੀ ਨਿਸ਼ਕਾਮ ਕੀਤੀ ਸੇਵਾ ਅੱਜ ਫਲੀਭੂਤ ਹੋ ਰਹੀ ਹੈ। ਹਰ ਤਰ੍ਹਾਂ ਸੰਪत्ति ਸੰਪੰਨ ਰਤਨ ਬਾਗ ਕਨਖਲ ਹਰਿਦੁਆਰ ਵਿੱਚ ਸ਼੍ਰੀ ਮਹੰਤ ਰਤਨ ਸਿੰਘ ਜੀ ਦੀ ਕੀਰਤੀ ਨੂੰ ਪ੍ਰਗਟ ਕਰ ਰਿਹਾ ਹੈ। ਸੋ ਸ਼੍ਰੀਮਾਨ 108 ਮਹੰਤ ਰਤਨ ਸਿੰਘ ਜੀ ਕੀਰਤਨ ਦੇ ਧਨੀ ਸਨ। ਸ਼੍ਰੀਮਾਨ ਮਹੰਤ ਰਤਨ ਸਿੰਘ ਜੀ ਵਿੱਚ ਇਹ ਵੀ ਇੱਕ ਵਿਸ਼ੇਸ਼ਤਾ ਸੀ ਕਿ ਕੁੰਭ ਪਰਵਾਂ ਦੀ ਸ਼ਾਹੀ ਵਿੱਚ ਇੱਕੋ ਵਾਰ ਇਕੱਠੇ 2 ਰਣ ਸਿੰਘੇ ਵਜਾਉਣ ਦੀ ਸਮਰੱਥਾ ਰੱਖਦੇ ਸਨ। ਕਈ ਵਾਰ ਸ਼ਰਮਤ ਫੇਰੀ ਆਪ ਜੀ ਦੇ ਸਮੇਂ ਕਨਖਲ ਵਾਲੀਆਂ ਕੁਟੀਆਂ ਦਾ ਨਾਮ ਰਤਨ ਬਾਗ ਪ੍ਰਸਿੱਧ ਹੋਇਆ। ਸੋ ਮਹੰਤ ਬਲਵੰਤ ਸਿੰਘ ਜੀ ਸੈਕਟਰੀ, ਪਿਤਾ ਸਰਦਾਰ ਚੰਨਣ ਸਿੰਘ ਜੀ ਸਿੱਧੂ, ਮਾਤਾ ਗੁਲਾਬ ਕੌਰ ਜੀ ਦੇ ਘਰ ਪਿੰਡ ਮਾਨ ਬੀਬੜੀਆਂ, ਜ਼ਿਲ੍ਹਾ ਮਾਨਸਾ ਵਿੱਚ ਜਨਮ ਹੋਇਆ। ਧਾਰਮਿਕ ਵਿਚਾਰ ਹੋਣ ਕਰਕੇ ਬਚਪਨ ਵਿੱਚ ਮਹੰਤ ਰਤਨ ਸਿੰਘ ਜੀ ਦੇ ਸ਼ਿਸ਼ ਬਣੇ। ਵਿਦਿਆ ਪ੍ਰਾਪਤੀ ਦੀ ਆਪ ਜੀ ਨੂੰ ਅਕਹਿ ਲਗਨ ਸੀ। ਸੰਤ ਬਣਨ ਤੋਂ ਬਾਅਦ ਮੈਟ੍ਰਿਕ ਪਾਸ ਕੀਤੀ। ਮੇਰਠ ਯੂਨੀਵਰਸਿਟੀ ਤੋਂ BA ਦੀ ਡਿਗਰੀ ਪ੍ਰਾਪਤ ਕੀਤੀ। ਗਿਆਨੀ ਦੀਦਾਰ ਸਿੰਘ ਜੀ ਇਲਾਹਾਬਾਦ ਵਾਲਿਆਂ ਤੋਂ ਗੁਰਬਾਣੀ ਦਾ ਅਰਥ ਬੋਧ ਪ੍ਰਾਪਤ ਕੀਤਾ। ਗੁਰ ਇਤਿਹਾਸ ਅਰਥਾਂ ਸਹਿਤ ਪੜ੍ਹਿਆ। ਪ੍ਰਯਾਗ ਵਿਦਿਆ ਪੀਠ ਤੋਂ ਆਯੁਰਵੈਦਿਕ ਰਤਨ ਦੀ ਪ੍ਰੀਖਿਆ ਵਿੱਚ ਉਤੀਰਨ ਹੋਏ। ਇੱਥੇ ਹੀ ਸੰਸਕ੍ਰਿਤ ਪੜ੍ਹਦੇ ਰਹੇ। ਸੋ 1969 ਤੋਂ 1974 ਤੱਕ ਦੇਸ਼ ਵਿੱਚ ਰਮਤ ਫੇਰ ਕੇ ਧਰਮ ਪ੍ਰਚਾਰ ਕੀਤਾ। 1981 ਤੋਂ 1990 ਤੱਕ ਪਿੰਡ ਵਿਲੀ, ਜ਼ਿਲ੍ਹਾ ਜਲੰਧਰ ਵਿੱਚ ਕਾਰ ਸੇਵਾ ਦੁਆਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ। 10 ਜਨਵਰੀ 1990 ਵਿੱਚ ਏਕੜ ਦੇ ਮੁਕਾਮੀ ਮਹੰਤ ਨਿਯਤ ਹੋਏ। 9 ਦਸੰਬਰ 1997 ਨੂੰ ਜੀਵਨ ਕੋਠੀ ਪਟਿਆਲਾ ਅਤੇ ਸੁਖਦੇਵ ਕੁਟੀ ਦੇ ਮਹੰਤ ਬਣਾਏ ਗਏ। ਸ਼੍ਰੀਮਾਨ ਮਹੰਤ ਰਤਨ ਸਿੰਘ ਜੀ ਤੋਂ ਬਾਅਦ 13 ਮਾਰਚ 1999 ਨੂੰ ਰਤਨ ਬਾਗ ਕਨਖਲ ਹਰਿਦੁਆਰ ਅਤੇ ਪਿੰਡ ਬਸੀਆ, ਜ਼ਿਲ੍ਹਾ ਲੁਧਿਆਣੇ ਦੇ ਮਹੰਤ ਨਿਯਤ ਕੀਤੇ ਗਏ। 27 ਅਗਸਤ 2004 ਨੂੰ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਹਰਿਦੁਆਰ ਦੇ ਸੈਕਟਰੀ ਚੁਣੇ ਗਏ। ਆਪ ਜੀ ਅਖਾੜੇ ਦੀ ਅਣਥੱਕ ਸੇਵਾ ਵਿੱਚ ਰਹੇ। ਸੰਗਤ ਲਾਹੌਰੀ ਟੋਲਾ ਬਨਾਰਸ ਆਪ ਜੀ ਨੇ ਪਰਿਸ਼ਰਮ ਨਾਲ ਅਖਾੜੇ ਦੇ ਪ੍ਰਸਿੱਧ ਪ੍ਰਬੰਧ ਵਿੱਚ ਲਿਆਂਦਾ।
इस कार्य की सफल वास्ते संत दर्शन सिंह जी शास्त्री वाराणसी, महंत कमलजीत सिंह जी शास्त्री डेरा पिंड सुखानंद जिला मोगा वालिया ने भी अकै योगदान। बहुत समा पहला तो निर्मल संस्कृत विद्यालय चल रहा है। आप जी इस पुरातन इमारत का शीघ्र ही जीर्णोद्धार करके करन दे यतन विच सन। निर्मल पंथ नूं आप जी ते अत्यंत माण। आप सर्व गुण संपन्न, निमरता वाले, उच्च जीवन वाले और संतां दी सेवा दे हितैषी सन। निर्मल आश्रम ऋषिकेश का परोपकारी इतिहास। सरबंसदानी श्री गुरु गोबिंद सिंह जी के साजे पंजां प्यारियां विचों प्यारे भाई धर्म सिंह जी तो चली निर्मल संत परंपरा विच अगे जाके एक महान तपस्वी सिद्ध पुरख श्रीमान 108 संत ठाकुर सिंह जी, ठाकुर दयाल सिंह जी होए। इन्हां दा डेरा अमृतसर शहर के मोनी चौंक विच है। मैं कई बार ये दसिया कि ना पास महाराजा रणजीत सिंह जी दर्शना वास्ते आए। 12 पिंडां की जमीन लैके संत ठाकुर दयाल सिंह जी महापुरखों के चरणों में आए। पर महापुरख बड़े त्याग बिरती विरक्त जीवन वाले सन। महापुरखों ने 12 पिंड स्वीकार नहीं किए। सुंदर दुशाला और एक चांदी की सोटी महापुरखों ने रख ली, पर 12 पिंडां की जमीन का जो पटा सी महापुरखों नहीं रखिया। एडे त्याग बिरती वाले सन। वो 12 पिंड उस टाइम ते महाराजा रणजीत सिंह ने ब्रह्मबुट्टा अखाड़ा नूं उदासीन नूं भेंट कीते। सो ये अमृतसर दे विच अस्थान है शहीदां दे लागे। श्री संत ठाकुर दयाल सिंह जी के नाम तो निर्मल पेख विच संप्रदाय ठाकुरां प्रसिद्ध होए। श्रीमान ठाकुर दयाल सिंह जी के सेवकों विचों बड़े करनी वाले महापुरख संत धर्म सिंह जी समाधि वाले, संत बुढ़ा सिंह जी आप जी के शिष्य सन। आप जी का जन्म महंत बुढ़ा सिंह जी का जन्म पिंड हल्लोवाल जिला गुरदासपुर पंजाब विच होया। पिता सरदार प्रताप सिंह अते माता श्रीमती शांति देवी जी बहुत ही धार्मिक विचारों वाले सन। आप जी मिठ बोलड़े, सकुशल प्रबंधक, शास्त्र ज्ञाता, उच्च कोटि के व्याख्याकार अते प्रतिभाशाली शख्सियत के मालक सन। सर्व गुण संपन्न होने करके निर्मल संत समाज ने आप जी नूं निर्मल पंचायती अखाड़ा कनखल हरद्वार का सकत्तर नियुक्त किया। ये सेवा आप जी ने कुशलता, जिम्मेवारी अते मेहनत नाल निभाई। कुछ समय बाद निर्मल पंचायती अखाड़ा कनखल वालों आप जी नूं रम्मत प्रचार मंडली का प्रधान थापिया गया। देश के प्रमुख तीर्थों का भ्रमण करते हुए आप जी नूं यह संकल्प होया कि उत्तराखंड ऋषिकेश विखे गुरु घर का एक विशेष स्थान होना चाहिए। गंगा किनारे झाड़ी विखे जप तप करते हुए साधुआं संतां दे रहन सहन अते भोजन का प्रबंध किया जाए। इन्हां संकल्पां नूं साकार करन लई आप जी ने सन 1900 ईस्वी के करीब गंगा के नज़दीक एक जगह लैके निर्मल आश्रम की नींह रखी। सब तो पहला श्री गुरु ग्रंथ साहिब जी के प्रकाश लई एक कमरा ते 2 होर कमरियां का निर्माण होया। साधुआं दे निवास लई कुछ झोंपड़ियां भी बनाईयां अते लंगर का प्रबंध भी किया। कुछ समय उपरंत श्रद्धालुआं का आउण जाण शुरू हो गया। सिंध प्रांत पाकिस्तान तो सिंधी प्रेमी बड़ी भरवीं गिणती विच आउण लगे। इसे दौरान कनखल विखे भी एक जगह लैके कमरियां दे निर्माण का कारज आरंभ किया। यह स्थान अजकल निर्मल बाग के नाम नाल जानिया जाता है। इत्थे गुरबाणी का पाठ कीर्तन शास्त्र अध्ययन तो इलावा रहायश अते गुरु के लंगर का बहुत सुचज्जा प्रबंध है। आप जी ने कांशी विच एक स्थान संगत ज्ञान गुफा के नाम ते स्थापित किया ताकि बाहरों पढ़न गए विद्यार्थियों
ਅਤੇ ਸਾਧੂਆਂ ਨੂੰ ਰਹਿਣ ਸਹਿਣ ਦੀ ਕਠਿਨਾਈ ਨਾ ਹੋਵੇ। ਪੂਜਨੀਕ ਮਹੰਤ ਬਾਬਾ ਬੁੱਢਾ ਸਿੰਘ ਜੀ ਆਪਣਾ ਸਮੁੱਚਾ ਜੀਵਨ ਗੁਰਬਾਣੀ ਰਾਹੀਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਸੀ। ਇਲਾਹੀ ਹੁਕਮ ਅਨੁਸਾਰ ਆਪ ਜੀ ਅੱਸੂਵਦੀ 12 ਸੰਮਤ 1993 1937 ਈਸਵੀ ਨੂੰ ਨਿਰਮਲ ਬਾਗ ਕਨਖਲ ਹਰਿਦੁਆਰ ਵਿਖੇ ਆਪ ਜੀ ਬ੍ਰਹਮਲੀਨ ਹੋ ਗਏ ਅਤੇ ਸੰਤ ਆਤਮਾ ਸਿੰਘ ਜੀ ਮਹਾਰਾਜ ਨੇ ਮਹੰਤ ਪਦਵੀ ਤੇ ਸੁਸ਼ੋਭਿਤ ਹੋ ਕੇ ਆਸ਼ਰਮ ਦੀ ਸੇਵਾ ਸੰਭਾਲੀ। ਪਰਮ ਸੰਤ ਸ਼੍ਰੀਮਾਨ 108 ਮਹੰਤ ਬੁੱਢਾ ਸਿੰਘ ਜੀ ਮਹਾਰਾਜ ਦੇ ਅਨੇਕ ਸ਼ਿਸ਼ ਸੰਤ ਰੂਪ ਵਿੱਚ ਸਨ। ਇਹਨਾਂ ਵਿੱਚੋਂ ਸੰਤ ਜੈਮਲ ਸਿੰਘ ਜੀ ਅਵਧੂਤ, ਸੰਤ ਗਿਆਨੀ ਬਲਵੰਤ ਸਿੰਘ ਜੀ, ਮਹੰਤ ਦੇਵਾ ਸਿੰਘ ਜੀ, ਸ਼੍ਰੀ ਹਰਿਮੰਦਰ ਸਾਹਿਬ ਜੀ ਅਤੇ ਅਕਾਲ ਤਖਤ ਸਾਹਿਬ ਵਿੱਚ ਸੋਨਾ ਲਾਉਣ ਦੀ ਸੇਵਾ ਕਰਨ ਵਾਲੇ ਇਹ ਵੀ ਨਿਰਮਲੇ ਮਹਾਂਪੁਰਖ ਸਨ। ਸੰਤ ਅਰਜਨ ਸਿੰਘ ਜੀ ਭਿਕਸ਼ੂ ਅਤੇ ਸ਼੍ਰੀਮਾਨ ਸੰਤ ਬਾਬਾ ਨਿੱਕਾ ਸਿੰਘ ਜੀ ਵਿਰਕ ਨਾਮ ਵਿਸ਼ੇਸ਼ ਤੌਰ ਤੇ ਵਰਣਨ ਹਨ। ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਬੜੇ ਚੋਟੀ ਦੇ ਬਰਕਤ ਸਨ ਔਰ ਬੜੇ ਉੱਚ ਕੋਟੀ ਦੇ ਵਿਦਵਾਨ ਸਨ, ਜਿਨ੍ਹਾਂ ਦੀ ਕੋਈ ਸਮਾਂ ਦਾਸ ਨੇ ਵੀ ਸੰਗਤ ਕੀਤੀ ਹੈ। ਸ਼੍ਰੀਮਾਨ ਮਹੰਤ ਆਤਮਾ ਸਿੰਘ ਜੀ, ਆਪ ਦਾ ਜਨਮ ਪਿੰਡ ਪੱਤੋ ਹੀਰਾ, ਜ਼ਿਲ੍ਹਾ ਮੋਗਾ, ਪੰਜਾਬ ਵਿਖੇ ਹੋਇਆ। ਛੋਟੀ ਉਮਰੇ 1908 ਈਸਵੀ ਵਿੱਚ ਆਪ ਜੀ ਮਹੰਤ ਬੁੱਢਾ ਸਿੰਘ ਜੀ ਦੇ ਸ਼ਰਨ ਵਿੱਚ ਆਏ ਅਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ। ਉਦਾਰਚਿਤ ਅਤੇ ਦਿਆਲੂ ਮਹੰਤ ਆਤਮਾ ਸਿੰਘ ਜੀ ਨੇ ਆਪਣੇ ਪੂਜਨੀਕ ਗੁਰਦੇਵ ਮਹੰਤ ਬਾਬਾ ਬੁੱਢਾ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਸੋਨੇ ਚਾਂਦੀ ਦੇ ਪੱਤਰੇ ਦੀ ਬਣੀ ਹੋਈ ਇੱਕ ਸੁੰਦਰ ਪਾਲਕੀ ਸ੍ਰੀ ਨਿਰਮਲ ਪੰਚੈਤੀ ਅਖਾੜਾ ਕਨਖਲ ਨੂੰ ਸ਼ਰਧਾ ਸਹਿਤ ਭੇਟ ਕੀਤੀ। ਆਪ ਜੀ ਨੇ ਆਸ਼ਰਮ ਪ੍ਰਤੀ ਉੱਤਰਾਧਿਕਾਰੀ ਵਾਲੇ ਫਰਜ਼ ਅੰਤਮ ਸਮੇਂ ਤੱਕ ਬੜੀ ਕੁਸ਼ਲਤਾ ਨਾਲ ਨਿਭਾਏ ਅਤੇ ਸੇਵਾ ਕਾਲ 1937 ਤੋਂ 1973 ਈਸਵੀ ਦੌਰਾਨ ਆਸ਼ਰਮ ਨੇ ਬਹੁ ਪੱਖੀ ਤਰੱਕੀ ਕੀਤੀ। ਆਪ ਜੀ ਨੇ ਆਪਣੇ ਅਤੀ ਪਿਆਰੇ ਸੇਵਕ ਸੰਤ ਨਾਰਾਇਣ ਸਿੰਘ ਜੀ ਨੂੰ ਉਹਨਾਂ ਦੀ ਅਣਥੱਕ ਸੇਵਾ, ਵਿਦਵਤਾ, ਸਹਿਣਸ਼ੀਲਤਾ ਅਤੇ ਹਰ ਪੱਖੋਂ ਯੋਗ ਸਮਝ ਕੇ ਪੂਜਯ ਸੰਤ ਬਾਬਾ ਨਿੱਕਾ ਸਿੰਘ ਜੀ ਵਿਰਕ ਜੀ ਦੀ ਆਗਿਆ ਅਨੁਸਾਰ ਉੱਤਰਾਧਿਕਾਰੀ ਥਾਪਿਆ। ਆਸ਼ਰਮ ਦੀ ਸੇਵਾ ਸੰਭਾਲ ਲੰਬੇ ਸਮੇਂ ਤੋਂ ਕਰਦੇ ਹੋਏ ਅੰਤ 11 ਸੰਮਤ 2030 9 ਅਗਸਤ ਸੰਨ 1973 ਈਸਵੀ ਵਿੱਚ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਬ੍ਰਹਮਲੀਨ ਹੋ ਗਏ। ਇਹ ਬਹੁਤ ਤੁੱਛ ਮਾਤਰ ਉਹਨਾਂ ਦਾ ਟੂਕ ਮਾਤਰ ਇੱਥੇ ਵੇਰਵਾ ਦਿੱਤਾ ਗਿਆ। ਇਹਨਾਂ ਮਹਾਂਪੁਰਖਾਂ ਦੇ ਬੜੇ ਪਰ ਉਪਕਾਰੀ ਜੀਵਨ ਸਨ। ਵਾਸਤਵਿਕ ਤੌਰ ਤੇ ਸੰਤ ਆਉਂਦੇ ਹੀ ਸੰਸਾਰ ਤੇ ਪਰ ਉਪਕਾਰ ਵਾਸਤੇ ਹਨ। ਜਨਮ ਮਰਨ ਦੂਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀਰ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ ਵਾਲਾ ਪਰ ਉਪਕਾਰੀ ਜੀਵਨ। ਸੋ ਮਹੰਤ ਨਾਰਾਇਣ ਸਿੰਘ ਜੀ, ਜਿਵੇਂ ਉੱਪਰ ਦੱਸ ਆਏ ਹਾਂ ਕਿ ਮਹੰਤ ਆਤਮਾ ਸਿੰਘ ਜੀ ਤੋਂ ਬਾਅਦ ਉੱਤਰਾਧਿਕਾਰੀ ਹੋਣ ਦੇ ਨਾਤੇ ਆਸ਼ਰਮ ਦੇ ਸਾਰੇ ਸੇਵਾ ਕਾਰਜ ਆਪ ਜੀ ਨੇ ਸੰਭਾਲੇ। ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਤੋਂ ਸੰਤ ਨਾਰਾਇਣ ਸਿੰਘ ਜੀ 1922 ਈਸਵੀ ਵਿੱਚ ਨਿਰਮਲ ਆਸ਼ਰਮ ਵਿਖੇ ਆਏ। ਇੱਥੇ ਹੀ ਵਿਦਿਆ, ਅਧਿਐਨ, ਸਿਮਰਨ, ਸਤਸੰਗ ਅਤੇ ਗੁਰੂ ਸੇਵਾ ਕਰਦੇ ਰਹੇ। ਆਪ ਜੀ ਪਰਮ ਪੂਜਨਿਕ ਸੰਤ ਬਾਬਾ ਨਿੱਕਾ ਸਿੰਘ ਜੀ ਵਿਰਕ ਜੀ ਮਹਾਰਾਜ ਜੀ ਨੂੰ ਆਪਣੇ ਗੁਰਦੇਵ ਸ਼੍ਰੀਮਾਨ ਮਹੰਤ ਆਤਮਾ ਸਿੰਘ ਜੀ ਦੇ ਸਮਾਨ ਹੀ ਸਤਿਕਾਰ ਕਰਦੇ ਸਨ। ਸਾਰੇ ਕਾਰਜ ਉਹਨਾਂ ਦੀ ਆਗਿਆ ਅਨੁਸਾਰ ਹੀ ਕਰਦੇ ਸਨ। ਆਪ ਜੀ ਦੀ ਸੇਵਾ ਕਾਲ 1974 ਤੋਂ ਲੈ ਕੇ 1982 ਦੌਰਾਨ ਆਸ਼ਰਮ ਵਿੱਚ ਹਰ ਪੱਖ ਤੋਂ ਉન્નਤੀ ਕੀਤੀ ਗਈ। ਆਪ ਜੀ ਕੋਮਲ ਹਿਰਦੇ ਵਾਲੇ, ਮਿੱਠ ਬੋਲੜੇ, ਸਹਿਣਸ਼ੀਲ ਅਤੇ ਸ਼ਾਂਤ ਸੁਭਾਅ ਵਾਲੇ ਸਨ। ਗੁਰਬਾਣੀ ਅਤੇ ਹੋਰ ਧਰਮ ਸ਼ਾਸਤਰਾਂ ਦੇ ਗਿਆਤਾ ਹੋਣ ਦੇ ਨਾਲ ਨਾਲ ਆਯੁਰਵੈਦਿਕ ਵਿਦਿਆ ਵਿੱਚ ਵੀ ਪੂਰਨ ਸਨ। ਸਿੰਧੀ ਪ੍ਰੇਮੀ ਆਪ ਜੀ ਦੀ ਕਥਾ ਸ਼ੈਲੀ ਅਤੇ ਨਿਮਰਤਾ ਵਾਲੇ ਸੁਭਾਅ ਤੋਂ ਬਹੁਤ ਹੀ ਪ੍ਰਭਾਵਿਤ ਸਨ। ਇੱਕ ਸਮੇਂ ਆਪ ਜੀ ਨੇ ਪਰਮ ਪੂਜਨੀਕ ਸੰਤ ਬਾਬਾ ਨਿੱਕਾ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੇਰਾ ਸਰੀਰ ਹੁਣ ਮੇਰਾ ਸਾਥ ਨਹੀਂ ਦਿੰਦਾ,
ਆਪ ਜੀ ਕਿਰਪਾ ਕਰਕੇ ਆਸ਼ਰਮ ਦਾ ਸੰਚਾਲਨ ਕਿਸੇ ਯੋਗ ਪੁਰਸ਼ ਨੂੰ ਸੌਂਪ ਦਿਓ। ਕੁਝ ਸਮੇਂ ਬਾਅਦ ਮਹਾਰਾਜ ਬਾਬਾ ਨਿੱਕਾ ਸਿੰਘ ਜੀ ਨੇ ਆਪਣੇ ਪਰਮ ਸੇਵਕ ਭਾਈ ਰਾਮ ਸਿੰਘ ਜੀ ਨੂੰ ਨਿਰਮਲ ਆਸ਼ਰਮ ਦੀ ਗੱਦੀ ਦਾ ਉੱਤਰਾਧਿਕਾਰੀ ਥਾਪਣ ਲਈ ਮਹੰਤ ਨਰੈਣ ਸਿੰਘ ਜੀ ਨੂੰ ਆਗਿਆ ਦੇ ਦਿੱਤੀ। ਸਾਧ ਸੰਗਤ ਯਾਦ ਰਹੇ ਕਿ ਇਹ ਮਹੰਤ ਰਾਮ ਸਿੰਘ ਜੀ ਸਿੰਧ ਬੈਂਕ ਦੇ ਵਿੱਚ ਜੌਬ ਕਰਦੇ ਸਨ। ਇੱਕੋ ਵਾਰੀ ਮਹਾਂਪੁਰਖਾਂ ਦੇ ਕਹਿਣ ਤੇ ਬਈ ਰਾਮ ਸਿਆਂ ਕੱਚੀ ਨੌਕਰੀ ਕਰਨੀ ਹੈ ਕਿ ਪੱਕੀ? ਉਹਨਾਂ ਹੱਥ ਜੋੜ ਕੇ ਕਿਹਾ, ਮਹਾਰਾਜ ਕਿਰਪਾ ਕਰੋ, ਪੱਕੀ ਬਖਸ਼ੋ। ਕਹਿਣ ਲੱਗੇ, ਜਾ ਫਿਰ ਬੈਂਕ ਵਿੱਚ ਜਵਾਬ ਦੇ ਆ, ਹੁਣ ਤੈਨੂੰ ਗੁਰੂ ਨਾਨਕ ਦੇ ਖਾਤੇ ਦਾ ਬੈਂਕ ਦੇ ਰਹੇ ਹਾਂ। ਸੋ ਸਾਧ ਸੰਗਤ ਬਾਬਾ ਨਿੱਕਾ ਸਿੰਘ ਜੀ ਮਹਾਂਪੁਰਖਾਂ ਨੇ ਸੰਤ ਰਾਮ ਸਿੰਘ ਜੀ ਨੂੰ ਸਾਧ ਸੰਗਤ ਬੈਂਕ ਤੋਂ ਰਿਜ਼ਾਈਨ ਦਵਾ ਕੇ ਤੇ ਉਹਨਾਂ ਮਹਾਂਪੁਰਖਾਂ ਨੂੰ ਸਾਜਿਆ। ਅੱਜ ਜੋ ਰਿਸ਼ੀਕੇਸ਼ ਵਿੱਚ ਵਿਖੇ ਬਹੁਤ ਵੱਡਾ ਕੁੰਭ ਲੱਗਾ ਹੋਇਆ ਹੈ, ਇਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਸੇਵਾ ਦੀ ਕਮਾਲ ਕਰ ਦਿੱਤੀ। ਸੋ ਇਹ ਭਾਈ ਰਾਮ ਸਿੰਘ ਜੀ ਨੂੰ ਆਪਣਾ ਉੱਤਰਾਧਿਕਾਰੀ ਥਾਪ ਕੇ ਨਿਰਮਲ ਆਸ਼ਰਮ ਦੀ ਸੰਪੂਰਨ ਸੇਵਾ ਸੌਂਪ ਦਿੱਤੀ। ਅਕਾਲ ਪੁਰਖ ਦੇ ਹੁਕਮ ਅਨੁਸਾਰ 25 ਅਕਤੂਬਰ 1982 ਈਸਵੀ ਨੂੰ ਮਹੰਤ ਨਰੈਣ ਸਿੰਘ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਅਤੇ 10 ਨਵੰਬਰ 1982 ਈਸਵੀ 17ਵੀਂ ਦੇ ਮੌਕੇ ਤੇ ਸਮੂਹ ਨਿਰਮਲ ਸੰਤ ਸਮਾਜ ਨੇ ਆਪ ਜੀ ਦੀ ਆਗਿਆ ਲੈ ਕੇ ਨਿਰਮਲ ਸੰਪਰਦਾਇ ਦੀ ਮਰਿਆਦਾ ਅਨੁਸਾਰ ਸੰਤ ਰਾਮ ਸਿੰਘ ਜੀ ਨੂੰ ਰਿਸ਼ੀਕੇਸ਼ ਦੀ ਪੱਗ ਦੇ ਦਿੱਤੀ। ਸ਼੍ਰੀਮਾਨ 108 ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ, ਜੋ ਕਿ ਸਾਡੇ ਵੱਡੇ ਮਹਾਂਪੁਰਖਾਂ ਦੇ ਸਮਕਾਲੀ ਸਨ, ਸਾਧ ਸੰਗਤ ਬਹੁਤ ਹੀ ਪੂਰਨ ਸਾਧੂ ਤੇ ਬਿਲਕੁਲ ਵਿਰਕਤ ਆਤਮਾ ਸਨ। ਜ਼ਿੰਦਗੀ ਭਰ ਕਦੇ ਸਾਧ ਸੰਗਤ ਮਾਇਆ ਦਾ ਕੋਈ ਚਿੰਤਨ ਹੀ ਨਹੀਂ ਕੀਤਾ। ਕੇਵਲ ਨਿਧੜਕ ਜਰਨੈਲਾਂ ਦੀ ਤਰ੍ਹਾਂ ਇੰਦਰਜਿਤ ਔਰ ਵਿਦਿਆ ਦੇ ਭੰਡਾਰੇ ਸਨ, ਜਿਨ੍ਹਾਂ ਨੇ ਬਹੁਤ ਵਿਦਿਆ ਗੁਰਸਿੱਖਾਂ ਨੂੰ, ਗ੍ਰਸਤ ਜੀਵਨ ਨੂੰ ਔਰ ਬਹੁਤ ਸਾਧੂ ਜੀਵਨ ਨੂੰ ਇਹਨਾਂ ਨੇ ਪ੍ਰਦਾਨ ਕੀਤੀ। ਇਹ ਸਾਰੀ ਕਿਰਪਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹੈ। ਸਤਿਗੁਰਾਂ ਦੇ ਵਾਰ ਅਨੁਸਾਰ ਇਹ ਨਿਰਮਲੇ ਮਹਾਤਮਾ ਨੇ ਜਿੰਨੀਆਂ ਸੇਵਾਵਾਂ ਕੀਤੀਆਂ, ਆਪ ਜੀ 1 ਮਹੀਨੇ ਤੋਂ ਲਗਾਤਾਰ ਸਰਵਣ ਕਰ ਰਹੇ ਹੋ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੈ। ਗੁਰ ਸੇਵਾ ਤੇ ਪ੍ਰੇਮਾ ਭਗਤੀ ਵਿੱਚ ਨਿਸ਼ਚੇਵਾਨ ਉੱਚ ਕੋਟੀ ਦੇ ਵਿਦਵਾਨ, ਮਹਾਨ ਤਪਸਵੀ ਅਤੇ ਸੰਜੀਦਗੀ ਭਰਪੂਰ ਸਰਲ ਜੀਵਨ ਵਾਲੇ ਸ਼੍ਰੋਮਣੀ ਸੰਤ ਸਨ। ਆਪ ਜੀ ਵਿਸ਼ਾਲ ਨਿਰਮਲ ਪੰਥ ਦੀ ਉਪ ਸੰਪਰਦਾਇ ਠਾਕਰਾਂ ਵਿੱਚ ਇੱਕ ਵਿਲੱਖਣ ਵਿਅਕਤਿਤਵ ਦੇ ਰੂਪ ਵਿੱਚ ਪ੍ਰਸਿੱਧ ਹੋਏ। ਸੰਤ ਸਭਨ ਉਸ ਵਿਅਕਤੀ ਦਾ ਬੋਧ ਕਰਾਉਂਦਾ ਹੈ ਜਿਸ ਨੇ ਸਤ ਰੂਪੀ ਪਰਮ ਤੱਤ ਦਾ ਅਨੁਭਵ ਕਰ ਲਿਆ ਹੋ। ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਇੱਕ ਅਜਿਹੀ ਹੀ ਪਵਿੱਤਰ ਆਤਮਾ ਸਨ ਜੋ ਪਰਮ ਤੱਤ ਦਾ ਅਨੁਭਵ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਪੂਰਨ ਤੌਰ ਤੇ ਲਿਵਲੀਨ ਹੋਏ ਰਹਿੰਦੇ ਸਨ। ਬੜੇ ਹੀ ਬੇਪਰਵਾਹ ਸਨ। ਦਾਸ ਨੇ 2-4 ਵਾਰ ਉਹਨਾਂ ਦੀ ਸੰਗਤ ਕੀਤੀ ਔਰ ਬੜੇ ਦਿਆਲੂ ਵੀ ਸਨ, ਬੜੇ ਬੇਪਰਵਾਹ ਵੀ ਸਨ। ਨਾਮ ਸਿਮਰਨ, ਸੇਵਾ ਤੇ ਉਪਾਸਨਾ ਆਦਿ ਸ਼ੁਭ ਕਰਮਾਂ ਨਾਲ ਆਪ ਜੀ ਦਾ ਅੰਤःਕਰਣ ਸ਼ੁੱਧ ਹੋ ਚੁੱਕਿਆ ਸੀ। ਆਪ ਜੀ ਉਸ ਪਦਵੀ ਤੇ ਪਹੁੰਚ ਚੁੱਕੇ ਸਨ ਜਿੱਥੇ ਗਿਆਤਾ, ਗੇ, ਗਿਆਨ ਆਦਿ ਤ੍ਰਿਪੁਟੀਆਂ ਦਾ ਸਾਖੀ ਚੇਤਨ ਦ੍ਰਿਸ਼ਟਾ ਰੂਪ ਵਿੱਚ ਕੇਵਲ ਆਪਣੇ ਆਪ ਦਾ ਹੀ ਅਨੁਭਵ ਹੁੰਦਾ ਹੈ। ਇਸੇ ਅਵਸਥਾ ਨੂੰ ਜੀਵਨ ਮੁਕਤੀ, ਨਿਰਵਾਣ ਪਦ, ਤੁਰੀ ਅਵਸਥਾ, ਚੌਥਾ ਪਦ ਆਦਿਕ ਕਹਿ ਕੇ ਸਤਕਾਰਿਆ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ, ਆਪ ਜੀ ਦਾ ਜਨਮ ਪਿੰਡ ਸੀਆਂ ਦੌਰ, ਜ਼ਿਲ੍ਹਾ ਲੁਧਿਆਣਾ, ਪੰਜਾਬ ਦੇ ਜੱਟ ਸਿੱਖ ਘਰਾਣੇ ਵਿੱਚ ਸਨ 1894 ਈਸਵੀ ਦੇ ਕਰੀਬ ਹੋਇਆ। ਬਚਪਨ ਇਸੇ ਪਿੰਡ ਵਿੱਚ ਬੀਤਿਆ ਅਤੇ ਗੁਰਬਾਣੀ ਦੀ ਮੁੱਢਲੀ ਵਿਦਿਆ ਇਸੇ ਨਗਰ ਵਿੱਚ ਰਹਿੰਦੇ ਹੋਏ ਉਦਾਸੀ ਸੰਤਾਂ ਤੋਂ ਪ੍ਰਾਪਤ ਕੀਤੀ। ਜਵਾਨੀ ਵਿੱਚ ਖੇਤੀਬਾੜੀ ਅਤੇ ਫੌਜ ਦੀ ਨੌਕਰੀ ਵੀ ਕੀਤੀ।
ਸੋ सन 1914 ਈਸਵੀ ਦੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲਿਆ ਅਤੇ ਯੁੱਧ ਬੰਦ ਹੁੰਦਿਆਂ ਹੀ ਸੰਸਾਰ ਤੋਂ ਉਪਰਾਮ ਹੋ ਕੇ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ। ਉਰਵਲੇ ਸੰਸਕਾਰਾਂ ਦੇ ਫਲ ਸਵਰੂਪ ਹਰਿਦੁਆਰ ਪਹੁੰਚ ਗਏ। ਇੱਥੇ ਨਿਰਮਲ ਬਾਗ ਕਨਖਲ ਵਿਖੇ ਦੇ ਮਹੰਤ ਪਰਮ ਪੂਜਨੀਕ ਸੰਤ ਬਾਬਾ ਬੁੱਢਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਪੁੱਜ ਗਏ ਅਤੇ ਤਨ ਮਨ ਅਰਪਣ ਕਰ ਦਿੱਤਾ। ਕੁਝ ਸਮੇਂ ਬਾਅਦ ਗੁਰਦੇਵ ਜੀ ਦੇ ਆਦੇਸ਼ ਅਨੁਸਾਰ ਸੰਸਕ੍ਰਿਤ ਅਤੇ ਵੇਦ ਵਿਦਿਆ ਪੜ੍ਹਨ ਲਈ ਕਾਂਸ਼ੀ ਚਲੇ ਗਏ। ਕਾਂਸ਼ੀ ਵਿੱਚ ਆਪ ਜੀ ਨੇ ਬ੍ਰਹਮ ਵਿਦਿਆ ਅਤੇ ਨਾਮ ਸਿਮਰਨ ਦੀ ਵੀ ਅਕੈ ਘਾਲਣਾ ਘਾਲੀ, ਜਿਸ ਨਾਲ ਆਪ ਜੀ ਨੂੰ ਅਸਲੀ ਮਨੋਰਥ ਪਰਮ ਪਾਤੀ ਪ੍ਰਾਪਤੀ ਹੋਈ। ਪੂਰਨ ਵਿਦਵਾਨ ਅਤੇ ਬ੍ਰਹਮ ਵਿਦਿਆ ਦੇ ਗਿਆਤਾ ਬਣ ਕੇ ਵਾਪਸ ਗੁਰਦੇਵ ਜੀ ਦੇ ਚਰਨਾਂ ਵਿੱਚ ਹਰਿਦੁਆਰ ਪਹੁੰਚ ਗਏ। ਇੱਥੇ ਰਹਿ ਕੇ ਆਪ ਜੀ ਨੇ ਜੋ ਘੋਰ ਤਪੱਸਿਆ ਸਾਧਨਾ ਕੀਤੀ, ਸਾਧ ਸੰਗਤ ਉਹ ਵਿਰਲੇ ਵਿਰਲੇ ਮਹਾਤਮਾ ਕਰਦੇ ਹਨ। ਸੰਤ ਬਾਬਾ ਨਿੱਕਾ ਸਿੰਘ ਜੀ ਦੇ ਜੀਵਨ ਦਾ ਮਨੋਰਥ ਸੰਸਾਰ ਦੇ ਭੁੱਲੇ ਭਟਕੇ ਜੀਵਾਂ ਦਾ ਮਾਰਗ ਦਰਸ਼ਨ ਹੀ ਕਰਨਾ ਰਿਹਾ ਹੈ। ਆਪ ਜੀ ਦੇ ਦੇਵੀ ਗੁਣ ਨਾਲ ਭਰਪੂਰ ਜੀਵਨ ਤੋਂ ਪ੍ਰੇਰਿਤ ਹੋ ਕੇ ਅਨੇਕ ਪ੍ਰਾਣੀਆਂ ਦੇ ਅਗਿਆਨਮਈ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਅਤੇ ਉਹਨਾਂ ਨੇ ਸਦਾ ਦੇ ਸੁਖ ਨੂੰ ਮਾਣਿਆ। ਮੈਂ ਆਪ ਜੀ ਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਇਹਨਾਂ ਮਹਾਂਪੁਰਖਾਂ ਨੇ ਬੜੇ ਗ੍ਰਸਤ ਜੀਵਨ ਵਿੱਚ ਰਹਿ ਕੇ ਗ੍ਰਸਤੀ ਜੀਵਨ ਨੂੰ ਸਾਧ ਸੰਗਤ ਉਹ ਤਤ ਬੋਧ ਕਰਾਇਆ ਜਿਹੜੇ ਕਿ ਅੱਜ ਵੀ ਸਾਧ ਸੰਗਤ ਘਰ ਵਿੱਚ ਰਹਿ ਕੇ ਸਾਧੂਆਂ ਵਾਲਾ ਜੀਵਨ ਬਿਤਾ ਰਹੇ ਹਨ। ਐਸੇ ਮਹਾਨ ਪੁਰਸ਼ਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਾਧ ਸੰਗਤ ਜਿਸ ਨੂੰ ਦੇਖਿਆ ਹੋਵੇ ਕੁਝ ਵੱਖਰਾ ਹੀ ਸਾਧ ਸੰਗਤ ਆਨੰਦ ਹੁੰਦਾ ਹੈ ਕਿ ਇਹਨਾਂ ਮਹਾਂਪੁਰਖਾਂ ਦਾ ਕਿੱਡਾ ਵੱਡਾ ਪ੍ਰਤਾਪ ਸੀ। ਸੋ ਜਗਿਆਸੂ ਜਨਾਂ ਨੂੰ ਪਰਮਾਰਥਕ ਗਿਆਨ ਦੀ ਸੋਝੀ ਦਿੱਤੀ। ਇਸੇ ਵਿਰਕਤੇ ਠਾਠ ਵਿੱਚ ਵਿਚਰਦੇ ਹੋਏ ਆਪ ਜੀ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿਕ ਪ੍ਰਦੇਸ਼ਾਂ ਦੀਆਂ ਪ੍ਰੇਮੀ ਸੰਗਤਾਂ ਨੂੰ ਗੁਰਬਾਣੀ ਕਥਾ ਰਾਹੀਂ ਨਾਮ, ਨਿਸ਼ਕਾਮ ਸੇਵਾ ਅਤੇ ਸ਼ੁਭ ਕਰਮਾਂ ਨਾਲ ਜੋੜਿਆ, ਜੋ ਸਾਧੂ ਦਾ ਜੀਵਨ ਹੁੰਦਾ ਹੈ। ਗੁਰੂ ਹੁਕਮ ਅਨੁਸਾਰ 22 ਜੁਲਾਈ 1983 ਈਸਵੀ ਦਿਨ ਸ਼ੁੱਕਰਵਾਰ ਸ਼ਾਮ ਦੇ 7 ਵਜੇ ਦੇ ਕਰੀਬ ਨਿਰਮਲ ਕੁਟੀਆ ਗੁਰਾਇਆਂ ਵਿਖੇ ਆਪ ਜੀ ਨੇ 5 ਭੌਤਿਕ ਸਰੀਰ ਤਿਆਗਿਆ। ਮਹੰਤ ਬਾਬਾ ਰਾਮ ਸਿੰਘ ਜੀ ਜੋ ਇਸ ਵੇਲੇ ਪ੍ਰੈਜ਼ੈਂਟ ਰਿਸ਼ੀਕੇਸ਼ ਵਿਖੇ ਮਹਾਨ ਸੰਤ ਹਨ। ਸਾਧ ਸੰਗਤ ਉਹਨਾਂ ਦਾ ਜੀਵਨ ਪਰਮ ਪੂਜਯ ਬ੍ਰਹਮ ਗਿਆਨੀ ਸੰਤ ਬਾਬਾ ਨਿੱਕਾ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਪਾਤਰ ਸਨ। ਪੂਜਯ ਮਹੰਤ ਨਾਰਾਇਣ ਸਿੰਘ ਜੀ ਮਹਾਰਾਜ ਦੇ ਨਾਦੀ ਵੰਸ਼ਜ ਉੱਤਰਾਧਿਕਾਰੀ ਨਿਰਮਲ ਆਸ਼ਰਮ ਦੇ ਵਰਤਮਾਨ ਗਤੀ ਨਸ਼ੀਨ ਪੂਜਨੀਕ ਸ਼੍ਰੀਮਾਨ 108 ਮਹੰਤ ਬਾਬਾ ਰਾਮ ਸਿੰਘ ਜੀ ਮਹਾਰਾਜ ਦਾ ਜਨਮ 17 ਅਕਤੂਬਰ ਸਨ 1950 ਈਸਵੀ ਨੂੰ ਪਿਤਾ ਸ਼੍ਰੀ ਅਰੂੜ ਚੰਦ ਉਪਨ ਅਤੇ ਮਾਤਾ ਸ਼੍ਰੀਮਤੀ ਵਿਮਲਾ ਦੇਵੀ ਜੀ ਦੇ ਗ੍ਰਹਿ ਵਿਖੇ ਹੋਇਆ। ਸ਼ੁਭ ਕਰਮਾਂ ਦੇ ਫਲ ਸਵਰੂਪ ਭਗਤੀ ਦੇ ਸੰਸਕਾਰਾਂ ਕਾਰਨ ਬਚਪਨ ਤੋਂ ਹੀ ਸੰਤ ਸੇਵਾ ਵਿੱਚ ਰੁਚੀ ਰੱਖਦੇ ਸਨ। ਸਕੂਲ ਤੋਂ ਆਉਂਦਿਆਂ ਨਿਰਮਲ ਕੁਟੀਆ ਕਰਨਾਲ ਵਿਖੇ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰਦੇ, ਲੰਗਰ ਦੀ ਸੇਵਾ ਵਿੱਚ ਜੁਟ ਜਾਂਦੇ। ਇਹ ਤਾਂ ਦਾਸ ਨੇ ਕੁਝ ਅੱਖੀ ਵੀ ਦੇਖਿਆ। ਇਸ ਪ੍ਰਕਾਰ ਸੰਤਾਂ ਦੇ ਦਰਸ਼ਨ, ਸਤਸੰਗ ਅਤੇ ਸੇਵਾ ਦੇ ਨਾਲ ਨਾਲ ਸੰਸਾਰੀ ਵਿਦਿਆ ਪੂਰੀ ਕਰ ਲਈ, ਪਰੰਤੂ ਆਪ ਜੀ ਦਾ ਮਨ ਤਾਂ ਅਪਰਾ ਸੰਸਾਰੀ ਵਿਦਿਆ ਤੋਂ ਉਚਾਰਨ ਹੋ ਚੁੱਕਿਆ ਸੀ। ਕਦੇ ਕਦਾਈ ਇੱਕ ਅੱਧ ਵਾਰ ਘਰ ਚੱਕਰ ਲਾ ਆਉਂਦੇ, ਬਾਕੀ ਪੂਰਾ ਸਮਾਂ ਕੁਟੀਆ ਵਿਖੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਹੀ ਬਿਤਾਉਂਦੇ। ਇਸ ਪ੍ਰਕਾਰ ਸੰਤਾਂ ਦੇ ਦਰਸ਼ਨ, ਸਤਸੰਗ ਅਤੇ ਸੇਵਾ ਨਾਲ ਨਾਲ ਸੰਸਾਰੀ ਵਿਦਿਆ ਪੂਰੀ ਕਰ ਲਈ, ਪਰੰਤੂ ਆਪ ਜੀ ਦਾ ਮਨ ਤਾਂ ਵਿਦਿਆ ਤੋਂ ਉਚਾਰਨ ਹੋ ਚੁੱਕਿਆ ਸੀ।
सत्कारयोग साध संगत। सो लंगर की सेवा करनी, बस्तर धोने अते विश्राम समय गुरुदेव संत बाबा निक्का सिंह जी विरक जी के चरणों में आसन ला लेंदे सन। गुरु हुक्म अनुसार कोई समा पंजाब एंड सिंध बैंक की बरनाला शाखा पंजाब विच नौकरी की, परंतु मन तो हमेशा गुरु दर्शनों की तांग विच रहिंदा। 1981 के एक वडभागे दिन जदों आप जी के बैंक तो छुट्टी लैके पूजनीक गुरुदेव जी के दर्शनायत निर्मल बाग कनखल हरिद्वार विखे आए, तद आप जी की सेवा ते त्रुट के विरक्त जी महाराज ने आप जी नूं सन्यास दे के संत साज दिता अते आग्ञा की कि महंत नारायण सिंह जी की आग्ञा विच रह के निर्मल आश्रम विखे हर प्रकार की सेवा करो। साध संगत एकदम इस प्रकार जो बख्शिश होनी उनकी तो बड़ी कृपा है, पर फिर भी गृहस्थ जीवन नूं परिवार नूं त्यागना बड़ा औखा हुंदा है। फिर भी जिन्हां ने महापुरखों के इशारे समझे ने साध संगत तो अज भी आनंदित ने ते हमेशा आनंदित रहते हैं। जैसे केले के पात में पात पात में पात, ऐसे संतन की बात में बात बात में बात। अकाल पुरख के हुक्म अनुसार बख्शी सेवा निभाते हुए पूज्य महंत नारायण सिंह जी 25 अक्तूबर 1982 ईस्वी नूं सचखंड बयाना कर गए। 10 नवंबर 1982 ईस्वी वाले दिन 17वीं के भोग समय निर्मल आश्रम विखे साधु समाज और प्रेमी संगतां द्वारा श्री गुरु ग्रंथ साहिब जी की हजूरी में अरदास करके पग की रस्म अदा की गई। परम पूजनीक महंत बाबा राम सिंह जी महाराज निरसंदेह निर्मल अंतःकरण के मालक हैं। आप जी के चेहरे का नूर, कमल नैना की चमक, आप जी की रूहानी शक्ति का प्रतख प्रमाण, आप जी आत्मानंद विच भाणे विच प्रभु की महान महिमा विच सदा ही लीन रहिंदे। आप जी के निर्मल हिरदे विच सच का ज्ञान प्रचंड है। इसे सदका सच का ज्ञान दुनिया भर विच फैलाउण लई दृढ़ संकल्प हैं। सो साध संगत इस प्रकार ये महापुरखों दीयां सेवावां और उन्हां दे पावन पवित्र जीवन आप जी सरवण कर रहे हो। साध संगत जिन्ने भी निर्मले महात्मा हैं, विद्वान भी बड़े चोटी दे रहे, बड़े बड़े विरक्त महात्मा साधु रहे, और साध संगत जी जिन्हां ने सेवावां भी बहुत कीतियां। मैं बार बार आप जी के प्रति संकेत करदा कि गुरु साहिबान ने रहमत की, सतगुर सच्चे पातशाह ने ये निर्मल परंपरा, निर्मल संप्रदा, निर्मल मिशन चलाया, जिन्होंने अपने हथी भगवें बस्तर और चिपियां दे के विरकत साधुओं वाला भाव के संसारी मोह माया तो निर्लेप रह के गुरमत के प्रचार प्रसारण करन लई एक पक्ष तो सतगुर सच्चे पातशाह 1699 की विसाखी ते खालसे की साजना की, भाव के सिपाही रूप में खालसा साजिया। एक महापुरख सतगुर सच्चे पातशाह ने 13 साल पहले वो 5 निर्मले महात्मा महापुरख आप पौंटा साहब तो तैयार करके बनारस विद्या कांशी भेजे विद्या पढ़न लई। उतों साध संगत सारी प्रणाली आप जी सरवण करते आ रहे हो। इत्थे ही बस नहीं है, ये तो आप जी नूं कुछ जिन्नी खोज की गई गुरमुख प्यारे संत बलवंत सिंह जी महापुरखा ने, बाकी बेअंत सेवावां इस वेले भी चल रही हैं। सो आप जी सरवण कर रहे हो निर्मल पंथ की गौरव गाथा, जो महापुरखों ने संसार ते रह के सतगुरां दा पैर रख के सिक्खी साबर सूरत रह के और साध संगत सेवावां करते रहे, जिथे लंगरां दियां सेवावां, हॉस्पिटल, स्कूल, कॉलेज, यूनिवर्सिटियां, सरावां, गुरुद्वारे, सरोवर, रस्तियां दियां सेवावां, अनेकां पाठशाला, पता नहीं किन्ने प्रबंध सेवावां निर्मल संप्रदा वालों सिख धर्म देश कौम वास्ते कीतियां गईयां। सतगुरु समर्था बख्शण
ਆਉਣ ਵਾਲਾ ਅਗਲਾ ਸਮਾਂ ਵੀ ਕਲਗੀਧਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਿਹਰ ਕਰਨ ਕਿ ਇਹ ਸੇਵਾਵਾਂ ਇਸੇ ਪ੍ਰਕਾਰ ਚਲਦੀਆਂ ਰਹਿਣ। ਆਪ ਜੀ ਆਸ਼ਰਮ ਨਿਰਮਲ ਕੁਟੀਆ ਸ਼ਾਹਪੁਰ ਤਰਨਤਾਰਨ, ਜੋ ਕਿ ਹੋਤੀ ਮਰਦਾਨ ਦੀ ਸੰਪਰਦਾ ਦਾ ਇਹ ਸਥਾਨ ਹੈ। ਸਾਧ ਸੰਗਤ, ਆਪ ਜੀ ਨੇ ਸਾਰਾ ਜੀਵਨ ਮਹਾਂਪੁਰਖਾਂ ਦਾ ਸਰਵਣ ਕੀਤਾ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ, ਪਿੱਛੇ ਆਪ ਜੀ ਨੇ ਸਾਰਾ ਜੀਵਨ ਬਾਬਾ ਭਾਗ ਸਿੰਘ ਜੀ ਤੋਂ ਲੈ ਕੇ ਸਾਰਾ ਹੀ ਸਰਵਣ ਕੀਤਾ। ਸਾਰਾ ਪਰਉਪਕਾਰੀ ਜੀਵਨ ਹੈ ਮਹਾਂਪੁਰਖਾਂ ਦਾ। ਗੁਰੂ ਸਾਹਿਬ ਕਿਰਪਾ ਕਰਨ ਕਿ ਇਸੇ ਤਰ੍ਹਾਂ ਹੀ ਪ੍ਰਣਾਲੀ ਸੇਵਾ ਤੇ ਸਿਮਰਨ ਦੀ ਚਲਦੀ ਰਹੇ। ਆਪ ਵੀ ਧੰਨਤਾ ਦੇ ਯੋਗ ਹੋ ਜੋ ਇੱਥੇ ਬੈਠ ਕੇ ਅਥਵਾ ਲਾਈਵ ਆਪ ਜੀ ਬੜੇ ਲੰਮੇ ਸਮੇਂ ਤੋਂ, ਜਦੋਂ ਦਾ ਇਹ ਲੋਕਡਾਊਨ ਹੋਇਆ ਹੈ ਉਦੋਂ ਤੋਂ ਲੈ ਕੇ ਸਿਮਰਨ ਵਿੱਚ ਤੇ ਸ਼ਾਮ ਦੀ ਗੁਰਮਤਿ ਇਤਿਹਾਸ ਦੀ ਕਲਾਸ ਵਿੱਚ ਆਪ ਜੀ ਹਾਜ਼ਰ ਰਹਿੰਦੇ ਹੋ। ਕੁਟੀਆ ਵੱਲੋਂ ਅਸੀਂ ਆਪ ਸਾਰੀ ਸੰਗਤ ਦਾ, ਸਾਰੀ ਜਥੇਬੰਦੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਸਾਰੇ ਦਾ ਸਾਰਾ ਆਪ ਜੀ ਨੂੰ ਇਤਿਹਾਸ YouTube ਤੇ ਨਿਰਮਲ ਪੰਥ ਦੀ ਗੌਰਵ ਗਾਥਾ ਦੇ ਸਿਰਲੇਖ ਹੇਠ ਫੇਰ ਵੀ ਸਰਵਣ ਕਰਨ ਨੂੰ ਮਿਲ ਸਕਦਾ ਹੈ। ਔਰ ਆਪ ਜੀ ਨੂੰ ਖੁੱਲ੍ਹਾ ਹਾਰਦਿਕ ਸੱਦਾ ਹੈ ਕਿ ਇਹ ਸਥਾਨ ਆਪ ਸਰਬੱਤ ਸੰਗਤਾਂ ਦਾ ਹੈ ਜੀ। ਸਦਕੇ ਜਦੋਂ ਵੀ ਤੁਸੀਂ ਆਓ ਇੱਥੇ ਸੰਗਰਾਂਦ ਦਾ ਸਮਾਗਮ, 1 ਨਵੰਬਰ ਦਾ ਸਮਾਗਮ, 1 ਫਰਵਰੀ ਦਾ ਵੱਡੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਸਮਾਗਮ, ਹੋਰ ਅਨੇਕਾਂ ਨਗਰਾਂ ਵਿੱਚ ਸਮਾਗਮ ਚੱਲਦੇ ਰਹਿੰਦੇ ਹਨ। ਆਪ ਜੀ ਸਾਰਿਆਂ ਨੂੰ ਹਾਰਦਿਕ ਜੀ ਆਇਆਂ ਨੂੰ ਹੈ। ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਮਤ ਬਖਸ਼ੋ, ਸੇਵਾ ਤੇ ਸਿਮਰਨ ਦਾ ਦਾਨ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭੁੱਲਾਂ ਦੀ ਖਿਮਾ, ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।